ਛੇਹਰਟਾ ਸਾਹਿਬ ਦੇ ਦਰਸ਼ਨ ਕਰੋ ਜੀ। ਛੇਹਰਟਾ ਸਾਹਿਬ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਫਤਿਹ। ਹੁਣ ਅਸੀਂ ਖੜੇ ਹਾਂ ਜੀ ਬਾਬਾ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ, ਛੇਹਰਟਾ ਸਾਹਿਬ ਅਸੀਂ ਖੜੇ ਹਾਂ। ਅਤੇ ਸਾਨੂੰ ਭਾਈ ਸਾਹਿਬ ਇਸ ਗੁਰਦੁਆਰੇ ਦੀ ਗ੍ਰੰਥੀ ਨੇ, ਜਿਹੜੇ ਗ੍ਰੰਥੀ ਸਾਹਿਬ ਨੇ, ਇਹ ਸਾਨੂੰ ਦੱਸਣਗੇ ਇੱਥੇ ਦੀ ਹਿਸਟਰੀ ਦੇ ਬਾਰੇ। ਇੱਕ ਮਿੰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸੰਗਤ ਜੀਓ, ਆਪ ਸਭਨਾਂ ਦਾ ਧੰਨਵਾਦ ਹੈ। ਗੁਰੂ ਪਿਆਰੇ ਜੋ ਕਿ ਦਿੱਲੀ ਤੋਂ ਚੱਲ ਕੇ ਇਸ ਸਥਾਨ 'ਤੇ ਨਮਸਤਕ ਹੋਣ ਆਏ ਨੇ, ਦਾਸ ਜੋ ਇਸ ਗੁਰਦੁਆਰਾ ਗੁਰੂ ਛੇਹਰਟਾ ਸਾਹਿਬ ਜੀ ਵਿਖੇ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਿਹਾ ਹੈ। ਆਓ ਇਹਨਾਂ ਦੇ ਪੁੱਛਣ 'ਤੇ ਅਸੀਂ ਇੱਥੋਂ ਦਾ ਅਤੇ ਦੇ ਨਾਲ ਜੋ ਗੁਰਦੁਆਰਾ ਸਾਹਿਬ ਲੱਗਦੇ ਨੇ ਉਹਨਾਂ ਦੇ ਇਤਿਹਾਸ ਬਾਰੇ ਕੁਝ ਵਿਚਾਰ ਵਟਾਂਦਰਾ ਕਰਦੇ ਹਾਂ। ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਜੋ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲਗਭਗ 9 ਕਿਲੋਮੀਟਰ ਦੀ ਦੂਰੀ 'ਤੇ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਨਿਵਾਸ ਕਰਦੇ ਸਨ। ਆਪ ਜਾਣਦੇ ਹੋ ਗੁਰੂ ਅਰਜਨ ਦੇਵ ਜੀ ਦੇ ਭਰਾਤਾ ਪ੍ਰਿਥੀ ਚੰਦ ਜੀ ਬਹੁਤ ਸਤਿਗੁਰਾਂ ਦਾ ਵਿਰੋਧ ਕਰਦੇ ਸਨ। ਸਤਿਗੁਰੂ ਕਿਸੇ ਵੈਰ ਵਿਰੋਧ ਵਿੱਚ ਨਹੀਂ ਪੈਣਾ ਚਾਹੁੰਦੇ ਸਨ, ਤਾਂ ਸਤਿਗੁਰੂ ਜੀ ਅੰਮ੍ਰਿਤਸਰ ਤੋਂ 9 ਕਿਲੋਮੀਟਰ ਦੂਰ ਵਡਾਲੀ ਜੋ ਕਿ ਪਿੰਡ ਲੱਗਦਾ ਕੋਲ ਹੀ ਇਹਦੇ, ਉਸ ਸਥਾਨ 'ਤੇ ਆ ਕੇ ਸਤਿਗੁਰਾਂ ਨੇ ਨਿਵਾਸਾ ਕੀਤਾ, ਰਹਿਣਾ ਕੀਤਾ ਹੈ। ਗੁਰੂ ਪਿਆਰੀ ਸੰਗਤ ਜੀਓ, ਬਾਬਾ ਬੁੱਢਾ ਜੀ ਦੇ ਵਰ ਦੇ ਨਾਲ ਗੁਰੂ ਕੀ ਵਡਾਲੀ ਵਿਖੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਵਤਾਰ ਹੋਣਾ ਹੋਇਆ। ਜਦ ਅਵਤਾਰ ਹੋਇਆ ਹੈ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਉਸ ਸਮੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਪਤਨੀ ਦੇ ਕੋਲ ਨਹੀਂ ਸਨ, ਭਾਵ ਕਿ ਆਪਣੇ ਘਰ ਵਿੱਚ ਨਹੀਂ ਸਨ। ਇਸ ਸਥਾਨ 'ਤੇ ਇਸ ਪਿੰਡ ਵਿੱਚ ਆਏ ਹੋਏ ਸਨ ਸੰਗਤਾਂ ਦੇ ਬੁਲਾਵੇ 'ਤੇ। ਤਾਂ ਸੰਗਤ ਨੂੰ ਪਤਾ ਲੱਗਾ ਕਿ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਵਿਖੇ ਸਪੁੱਤਰ ਨੇ ਜਨਮ ਲਿਆ ਹੈ, ਤਾਂ ਸਾਰਿਆਂ ਨੇ ਬੜੀ ਖੁਸ਼ੀ ਕਰਨੀ ਕੀਤੀ। ਸਤਿਗੁਰਾਂ ਨੂੰ ਲੋਕ ਇੱਥੇ ਵਧਾਈਆਂ ਦੇਣ ਲੱਗ ਪਏ। ਅਤੇ ਕੁਝ ਸਿੱਖਾਂ ਨੇ ਬੇਨਤੀ ਕਿ ਸਤਿਗੁਰੂ ਤੁਹਾਡੇ ਗ੍ਰਹਿ ਵਿਖੇ ਪੁੱਤਰ ਹੋਇਆ ਹੈ, ਅਸੀਂ ਆਪ ਜੀ ਪਾਸੋਂ ਕੁਝ ਦਾਤ ਮੰਗਦੇ ਹਾਂ। ਸਤਿਗੁਰੂ ਕਹਿਣ ਲੱਗੇ, ਭਾਈ ਅਸੀਂ ਦਾਤ ਦੇਣ ਵਾਲੇ ਕੌਣ ਆ, ਫਿਰ ਵੀ ਤੁਸੀਂ ਜੋ ਮੰਗਦੇ ਹੋ ਦੱਸੋ ਕੀ ਮੰਗਦਾ। ਆਖਣ ਲੱਗੇ, ਮਹਾਰਾਜ ਅਸੀਂ ਗਰੀਬ ਲੋਕ ਹਾਂ, ਇੱਥੇ ਸਾਨੂੰ ਪਾਣੀ ਦੀ ਬੜੀ ਕਮੀ ਹੈ। ਸਾਡੀਆਂ ਘਰ ਦੀਆਂ ਨੂੰ ਦੂਰ ਦੂਰ ਸਾਨੂੰ ਪਾਣੀ ਲੈਣ ਲਈ ਬੜੀ ਦੂਰ ਦੂਰ ਜਾਣਾ ਪੈਂਦਾ, ਪਿੱਛੇ ਗਰਮੀਆਂ ਵਿੱਚ ਬੱਚੇ ਵਿਲਕਦੇ ਨੇ, ਕਿਰਪਾ ਕਰੋ ਸਾਡੀ ਮੁਸ਼ਕਿਲ ਹੱਲ ਕਰ ਦਿਓ। ਦੇਖੋ ਪਿਆਰੀ ਸੰਗਤ ਜੀ, ਸਾਡੇ ਘਰਾਂ ਵਿੱਚ ਹੀ ਪੁੱਤਰ ਹੁੰਦੇ ਨੇ, ਅਸੀਂ ਵਿਆਹ ਰਚਾਉਂਦੇ ਆਪਣੇ ਬੱਚਿਆਂ ਦੇ, ਅਤੇ ਅਸੀਂ ਡੀਜੇ ਲਗਾਉਂਦੇ, ਸ਼ਰਾਬਾਂ, ਪਾਰਟੀਆਂ, ਇਹ ਆਮ ਜੋ ਗੱਲਾਂ ਹੁੰਦੀਆਂ ਬਹੁਤ ਮਾੜੀਆਂ ਇਹ ਕਰਦੇ ਹਾਂ ਆਪਾਂ। ਪਰ ਗੁਰੂ ਅਰਜਨ ਦੇ ਘਰ ਵਿਖੇ ਵੀ, ਗੁਰੂ ਅਰਜਨ ਦੇਵ ਜੀ ਦੇ ਘਰ ਵਿਖੇ ਵੀ ਸਪੁੱਤਰ ਨੇ ਜਨਮ ਲਿਆ ਹੈ। ਅਤੇ ਮਹਾਰਾਜ ਕੀ ਕਰ ਰਹੇ ਨੇ, ਦੇਖੋ ਸਾਨੂੰ ਸਮੱਤ ਮਿਲਦੀ ਹੈ। ਗੁਰੂ ਮਹਾਰਾਜ ਨੇ ਉਹਨਾਂ ਗਰੀਬਾਂ ਦੀ ਪੁਕਾਰ ਸੁਣ ਕੇ ਇੱਕ ਖੂਹ ਲਗਵਾਉਣਾ ਕੀਤਾ। ਉਸ ਖੂਹ 'ਤੇ 6 ਮਾਲਾ ਚਲਵਾਈਆਂ ਗਈਆਂ, ਜਿਹਦਾ ਨਾਂ, ਜਿਸ ਪਿੰਡ ਦਾ ਨਾਂ ਫਿਰ ਮਹਾਰਾਜ ਦੇ ਪੂਰਾ ਪੁਕਾਰ ਕਰਕੇ 6 ਖੂਹ 'ਤੇ ਚੱਲਣ ਕਰਕੇ ਛੇਹਰਟਾ ਸਾਹਿਬ ਪਿੰਡ ਦਾ ਨਾਮ ਪੈ ਗਿਆ। ਅੱਜ ਲੋਕ ਬੜੇ ਪਿਆਰ ਸਤਿਕਾਰ ਨਾਲ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਇਸ ਸਥਾਨ ਨੂੰ ਪੁਕਾਰਦੇ ਨੇ। ਮਹਾਰਾਜ ਨੇ ਵਰ ਦਿੱਤੇ ਕਿ ਜਿਸ ਦੇ ਘਰ ਪੁੱਤਰ ਨਹੀਂ ਹੋਵੇਗਾ, ਔਲਾਦ ਨਹੀਂ ਹੋਵੇਗੀ, ਉਹ ਇਸ ਸਥਾਨ 'ਤੇ ਬੜੀ ਸ਼ਰਧਾ ਭਾਵਨਾ ਨਾਲ ਕੋਈ ਆਵੇਗਾ, 5 ਐਤਵਾਰ ਹਾਜ਼ਰੀ ਭਰੇ ਅਤੇ ਇਸ ਦੇ ਗ੍ਰਹਿ ਵਿਖੇ ਭੁਜੰਗੀ ਸਿੰਘ ਭਾਵ ਸਪੁੱਤਰ ਜਨਮ ਲਵੇਗਾ। ਤੋਂ ਬੇਅੰਤ ਸੰਗਤਾਂ ਆਉਂਦੀਆਂ ਨੇ, ਸਤਿਗੁਰਾਂ ਦੇ ਮੁਖਾਰ ਵਿੱਚੋਂ ਜੋ ਵਚਨ ਉਚਰੇ ਕਿ ਜੋ ਵੀ ਸ਼ਰਧਾ ਨਾਲ ਆਵੇਗਾ, 5 ਇਸ਼ਨਾਨ ਕਰੇਗਾ, ਐਤਵਾਰ ਦੇ ਐਤਵਾਰ ਆ ਕੇ ਜਾਂ ਕਿਸੇ ਵੀ ਦਿਨ ਆ ਕੇ ਅਤੇ ਪੁੱਤਰ ਜਨਮ ਲਵੇਗਾ। ਬੇਅੰਤ ਸੰਗਤਾਂ ਆਪਣੀਆਂ ਝੋਲੀਆਂ ਭਰਦੀਆਂ ਨੇ। ਸਦਾ ਸੰਸਾਰ 'ਚ ਸੰਗਤਾਂ ਆ ਕੇ ਸਥਾਨ ਤੋਂ ਆਪਣੇ ਪੁੱਤਰਾਂ ਲਈ ਝੋਲੀਆਂ ਭਰਦੀਆਂ ਰਹਿਣਗੀਆਂ। ਗੁਰੂ ਪਿਆਰੀ ਸੰਗਤ ਜੀ, ਇੱਥੋਂ ਥੋੜ੍ਹੀ ਦੂਰ ਅੱਧਾ ਪੌਣਾ ਕਿਲੋਮੀਟਰ 'ਤੇ ਗੁਰਦੁਆਰਾ ਗੁਰੂ ਕੀ ਵਡਾਲੀ ਸਥਿਤ ਹੈ। ਕਿਹਾ ਜਾਂਦਾ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜਦ ਪ੍ਰਿਥੀ ਚੰਦ ਨੇ ਵਿਰੋਧ ਕੀਤਾ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ, ਤਾਂ ਸਤਿਗੁਰੂ ਵਡਾਲੀ ਵਿਖੇ ਆ ਗਏ। ਸਤਿਗੁਰਾਂ ਦਾ ਆਉਣਾ ਸੁਣ ਕੇ ਬੇਅੰਤ ਸੰਗਤਾਂ ਇੱਥੇ ਆਉਣ ਲੱਗੀਆਂ, ਭੀੜਾਂ ਪੈਣ ਲੱਗੀਆਂ, ਅਤੇ ਗੁਰੂ ਜੀ ਦੇ ਦਰਸ਼ਨਾਂ ਨੂੰ ਸੰਗਤਾਂ ਆਉਂਦੀਆਂ ਨੇ, ਅਤੇ ਨਾਂ ਪਿੰਡ ਦਾ ਗੁਰੂ ਕੀ ਵਡਾਲੀ ਹੋ ਗਿਆ। ਉੱਪਰੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਸਥਾਨ 'ਤੇ ਜਨਮ ਲਿਆ, ਅਤੇ ਹੋਰ ਸੰਗਤਾਂ, ਬੇਅੰਤ ਸੰਗਤਾਂ ਇੱਥੇ ਆਉਣ ਲੱਗੀਆਂ। ਆਪ ਜਾਣਦੇ ਹੋ ਕਿ ਜਦ ਪ੍ਰਿਥੀ ਚੰਦ ਜੀ ਨੂੰ ਪਤਾ ਲੱਗਾ ਕਿਉਂਕਿ ਮੇਰੇ ਭਰਾ ਦੇ ਘਰ ਗੁਰੂ ਹਰਗੋਬਿੰਦ ਸਾਹਿਬ ਨੇ ਬੱਚੇ ਨੇ ਜਨਮ ਲਿਆ ਹੈ, ਤਾਂ ਉਸਨੇ ਬੜਾ ਵਿਰੋਧ ਕੀਤਾ। ਉਹਦੀ ਘਰ ਦੀ ਉਹ ਵੀ ਬੜੀ ਗੁੱਸੇ ਵਿੱਚ ਆ ਗਈ ਕਿ ਇਹ ਕੀ ਬਣਿਆ, ਗੁਰੂ ਅਰਜਨ ਦੇ ਘਰ ਦੇ ਕੋਈ ਔਲਾਦ ਹੋਣੀ ਨਹੀਂ ਚਾਹੀਦੀ ਸੀ, ਇਹ ਕੀ ਬਣਿਆ, ਸਾਡਾ ਪੁੱਤਰ ਜੋ ਕਿ ਅਸੀਂ ਚਾਹੁੰਦੇ ਹਾਂ ਕਿ ਗੱਦੀ 'ਤੇ ਬਵੇ, ਉਹ ਤਾਂ ਹੁਣ ਗੱਦੀ 'ਤੇ ਨਹੀਂ ਬਹਿ ਸਕੇਗਾ। ਤਾਂ ਉਹਨਾਂ ਦੋਵਾਂ ਨੇ ਸਕੀਮਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਗ੍ਰਹਿ ਵਿਖੇ ਸਪੁੱਤਰ ਨੇ ਜਨਮ ਲਿਆ ਹੈ, ਤਾਂ ਕਿਹਾ ਜਾਂਦਾ ਹੈ ਉਹਨਾਂ ਨੇ ਬੜਾ ਵਿਰੋਧ ਕੀਤਾ ਹੈ। ਅਤੇ ਪਹਿਲੇ ਇੱਕ ਦਾਈ ਜਿਸ ਨੂੰ ਕਿਹਾ ਗਿਆ ਕਿ ਤੂੰ ਅਗਰ ਇਸ ਬੱਚੇ ਨੂੰ ਮਾਰ ਦੇਵੇਂ ਤਾਂ ਤੈਨੂੰ ਸੋਨੇ ਨਾਲ ਤੋਲ ਦਿਆਂਗੇ। ਪ੍ਰਿਥੀ ਚੰਦ ਨੇ ਇਹ ਲਾਲਚ ਦਿੱਤਾ ਦਾਈ ਨੂੰ, ਅਤੇ ਦਾਈ ਹੁਣ ਸੋਨੇ ਦੇ ਲਾਲਚ ਵਿੱਚ ਗੁਰੂ ਅਰਜਨ ਦੇਵ ਜੀ ਦੇ ਕੋਲ ਆਈ ਹੈ,
ਤੇ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੀ ਆ। ਆਖਣ ਲੱਗੀ ਮੈਂ ਤੁਹਾਡੇ ਪੁੱਤਰ ਨੂੰ ਲਾੜ ਲਡਾਉਣਾ। ਤੇ ਮੈਂ ਕਿਹਾ ਠੀਕ ਹੈ ਭਾਈ ਲਡਾਓ। ਲਾਲ ਲਡਾਉਂਦੀ ਹੈ, ਚੁੱਕ ਕੇ ਫੇਰਦੀ ਪਈ ਹੈ। ਕੁਛ ਦਿਨ ਆਂਦੀ ਰਹੀ ਹੈ ਤੇ ਬੜਾ ਪਿਆਰ ਇਹਨੇ ਬਿਆਨਾ ਲਿਆ। ਇੱਕ ਦਿਨ ਗੁਰੂ ਅਰਜਨ ਦੇਵ ਜੀ ਨਹੀਂ, ਮਾਤਾ ਗੰਗਾ ਜੀ ਕੋਲ ਨੇ, ਤੇ ਇਸ ਨੇ ਕੀ ਕੀਤਾ ਕਿ ਗੁਰੂ ਹਰਗੋਬਿੰਦ ਸਾਹਿਬ ਜੋ ਕਿ ਬਾਲਪਨ ਅਵਸਥਾ ਜਿਹਨੇ ਛੋਟੇ ਨੇ ਤੇ ਚੁੱਕ ਕੇ ਖਿਡਾ ਰਹੀ ਹੈ ਤੇ ਆਪਣੇ ਥਣਾ ਨੂੰ ਦੁੱਧ ਵਾਲੀ ਭਾਵ ਜਗ੍ਹਾ ਤੇ ਇਸ ਨੇ ਜ਼ਹਿਰ ਲਾਇਆ ਹੋਇਆ ਸੀ। ਤੇ ਬਾਲਕ ਨੂੰ ਹੁਣ ਦੁੱਧ ਪਿਆਉਣ ਲੱਗੀ ਏ ਤਾਂ ਗੁਰੂ ਮਹਾਰਾਜ ਨੇ ਕੋਈ ਐਸਾ ਕੌਤਕ ਕੀਤਾ ਕਿ ਉਸ ਜਗ੍ਹਾ ਨੂੰ ਨੱਪ ਦਿੱਤਾ, ਪਰ ਇਹ ਥਾਂ ਤੇ ਮੂਰਛਾ ਹੋ ਕੇ ਡਿੱਗ ਪਈ। ਤੇ ਗੁਰੂ ਅਰਜਨ ਦੇਵ ਜੀ ਨੂੰ ਪਤਾ ਲੱਗਾ ਤਾਂ ਗੁਰੂ ਅਰਜਨ ਦੇਵ ਜੀ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਪ੍ਰਿਥੀ ਚੰਦ ਨੂੰ ਬੜਾ ਦੁੱਖ ਹੋਇਆ ਕਿ ਇਹ ਕੀ ਬਣਿਆ ਸਾਡੇ ਨਾਲ। ਫਿਰ ਉਸਨੇ ਕੁਝ ਸਮੇਂ ਬਾਅਦ ਇੱਕ ਜੋਗੀ ਭੇਜਿਆ। ਉਹ ਜੋਗੀ ਕੋਲ ਇੱਕ ਸਪੇਰੇ ਕੋਲ ਇੱਕ ਸੱਪ ਸੀ। ਆਖਿਆ ਕਿ ਸੱਪ ਦੇ ਡੰਗ ਨਾਲ ਉਸ ਬੱਚੇ ਨੂੰ ਮਰਵਾਣਾ ਕਰ, ਤੇਰਾ ਮੂੰਹ ਸੋਨੇ ਨਾਲ ਭਰ ਦਿਆਂਗੇ, ਸੋਨੇ ਨਾਲ ਤੈਨੂੰ ਲੱਦ ਦਿਆਂਗੇ। ਤਾਂ ਇਹ ਲਾਲਚ ਵਸ ਹੋ ਕੇ ਜੋਗੀ ਵੀ ਇੱਧਰ ਆਇਆ, ਭਾਵ ਸਪੇਰਾ ਇੱਧਰ ਆਇਆ। ਤਾਂ ਇਸ ਨੇ ਵੀ ਗੁਰੂ ਹਰਗੋਬਿੰਦ ਸਾਹਿਬ ਜੋ ਕਿ ਉਸ ਵੇਲੇ ਬੈਠ ਜਾਂਦੇ ਸਨ, ਖੇਡ ਰਹੇ ਸਨ, ਤੇ ਵੇਖਿਆ ਕਿ ਬਾਲਕ ਇਕੱਲਾ ਖੇਡ ਰਿਹਾ ਹੈ ਤਾਂ ਉਸਨੇ ਸੱਪ ਛੱਡ ਦਿੱਤਾ। ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੋ ਕਿ ਉਸ ਵੇਲੇ 6-7 ਮਹੀਨਿਆਂ ਦੇ ਸਨ, ਬਾਲਕ ਨੇ ਕੀ ਕੀਤਾ, ਛੋਟੀ ਉਮਰੇ ਸਤਿਗੁਰਾਂ ਨੇ ਸਰਪ ਨੂੰ ਪਕੜ ਕੇ ਉਸਦਾ ਸਿਰ ਜ਼ਮੀਨ ਦੇ ਨਾਲ ਫੇਰ ਕੇ ਉਸ ਨੂੰ ਪਾਰ ਬੁਲਾ ਦਿੱਤਾ, ਭਾਵ ਉਹਦਾ ਵੀ ਉਧਾਰ ਕਰ ਦਿੱਤਾ। ਇਸੇ ਤਰ੍ਹਾਂ ਫਿਰ ਉਹਨਾਂ ਨੇ ਇੱਕ ਪੰਡਤ ਨੂੰ ਤਿਆਰ ਕੀਤਾ ਕਿ ਪੰਡਤ ਜੀ ਤੁਸੀਂ ਕਿਸੇ ਤਰ੍ਹਾਂ ਕਰੋ, ਤੁਹਾਨੂੰ ਸੋਨੇ ਨਾਲ ਲੱਦ ਦਿਆਂਗੇ। ਤਾਂ ਪੰਡਤ ਵੀ ਲਾਲਚਵਸ ਹੋ ਕੇ ਬਡਾਲੀ ਵਿਖੇ ਆਇਆ ਅਤੇ ਗੁਰੂ ਅਰਜਨ ਦੇਵ ਜੀ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਗਿਆਨ ਦੀਆਂ ਗੱਲਾਂ ਕਰਦਾ ਹੈ, ਬੜਾ ਪ੍ਰਭਾਵ ਬਣਾ ਲਿਆ। ਅਤੇ ਇੱਕ ਦਿਨ ਇਹ ਖੀਰ ਬਣਾਈ ਇਸਨੇ ਅਤੇ ਖੀਰ ਦੇ ਵਿੱਚ ਜ਼ਹਿਰ ਪਾ ਦਿੱਤਾ। ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਇਹ ਖੀਰ ਛਕਾਉਣਾ ਚਾਹੁੰਦਾ ਹੈ ਤਾਂ ਮਾਤਾ ਗੰਗਾ ਜੀ ਨੇ ਵੇਖਿਆ ਬਾਲਕ ਖੀਰ ਨਹੀਂ ਛਕ ਰਿਹਾ। ਤਾਂ ਕੁਦਰਤੀ ਗੁਰੂ ਅਰਜਨ ਦੇਵ ਜੀ ਵੀ ਉੱਧਰੋਂ ਆ ਗਏ ਅਤੇ ਆਖਣ ਲੱਗੇ ਕੀ ਹੋਇਆ। ਗੰਗਾ ਆਖਣ ਲੱਗੀ ਜੀ ਪੰਡਿਤ ਜੀ ਖੀਰ ਬਣਾ ਕੇ ਲਿਆਏ ਨੇ ਪਰ ਬਾਲਕ ਛਕ ਨਹੀਂ ਰਹੇ। ਤਾਂ ਗੁਰੂ ਅਰਜਨ ਦੇਵ ਜੀ ਹੱਸ ਕੇ ਕਹਿਣ ਲੱਗੇ ਕੋਈ ਗੱਲ ਨਹੀਂ, ਜਿਹਨੇ ਛਕ ਰਹੇ ਤਾਂ ਨਾ ਛਕਾਓ। ਤਾਂ ਕੁਦਰਤੀ ਇੱਕ ਕੁੱਤਾ ਉੱਧਰ ਆ ਗਿਆ ਤਾਂ ਸਤਿਗੁਰਾਂ ਨੇ ਆਖਿਆ ਭਾਈ ਇਹ ਵੀ ਰੱਬ ਦਾ ਜੀ ਹੈ, ਇਸ ਨੂੰ ਛਕਾ ਦਿੰਦੇ ਹਾਂ। ਉਹ ਖੀਰ ਕੁੱਤੇ ਅੱਗੇ ਪਾਈ ਗਈ, ਜੇ ਕੁੱਤੇ ਨੇ ਖਾਧੀ ਤਾਂ ਉਹ ਥਾਂ 'ਤੇ ਮਰ ਗਿਆ। ਜਦ ਪੰਡਿਤ ਨੇ ਇਹ ਕੌਤਕ ਦੇਖਿਆ ਕਿ ਮੇਰੀ ਖੀਰ ਖਾਣ ਨਾਲ ਕੁੱਤਾ ਮਰ ਗਿਆ ਹੈ ਅਤੇ ਮੈਂ ਤਾਂ ਗੁਰੂ ਹਰਗੋਬਿੰਦ ਸਾਹਿਬ ਛਕਾਣੀ ਸੀ ਅਤੇ ਮੇਰਾ ਕੀ ਬਣੇਗਾ। ਅਤੇ ਉਹ ਥਾਂ 'ਤੇ ਹੀ ਉਸਨੂੰ ਸਮਝੋ ਹਾਰਟ ਅਟੈਕ ਹੋ ਗਿਆ, ਪੀੜਾ ਉੱਠੀ ਉਹਦੇ ਪੇਟ ਸਰੀਰ ਦੇ ਵਿੱਚ, ਢਿੱਡ ਵਿੱਚ, ਅਤੇ ਉਹ ਥਾਂ 'ਤੇ ਮਰ ਗਿਆ। ਸਤਿਗੁਰਾਂ ਨੇ ਅਕਾਲ ਪੁਰਖ ਪਿਤਾ ਦਾ ਸ਼ੁਕਰਾਨਾ ਕੀਤਾ ਹੈ। ਸੋ ਉਸ ਥਾਂ 'ਤੇ ਐਸੇ ਕੌਤਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕੀਤੇ। ਗੁਰੂ ਨਾਮ ਨਾ ਕੀ ਪਿਆ ਜਗ੍ਹਾ ਦਾ, ਗੁਰਦੁਆਰਾ ਗੁਰੂ ਕੀ ਬਡਾਲੀ। ਇਸ ਤੋਂ ਥੋੜ੍ਹੀ ਦੂਰ ਕੋਲ ਹੀ ਅੱਧਾ ਕਿਲੋਮੀਟਰ ਦੀ ਦੂਰੀ 'ਤੇ ਜਾਂ ਉਸ ਤੋਂ ਵੀ ਘੱਟ ਦੂਰੀ 'ਤੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਹੈ। ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਜੀ ਦਾ ਇਤਿਹਾਸ ਇਸ ਤਰ੍ਹਾਂ ਦੱਸਿਆ ਜਾਂਦਾ ਹੈ ਕਿ ਜਦ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਵਿਖੇ ਅਜੇ ਬੱਚਾ ਨਹੀਂ ਸੀ ਹੋਇਆ, ਭਾਵ ਗੁਰੂ ਹਰਗੋਬਿੰਦ ਸਾਹਿਬ ਨੇ ਅਵਤਾਰ ਨਹੀਂ ਸੀ ਧਾਰਿਆ, ਤਾਂ ਮਾਤਾ ਗੰਗਾ ਜੀ ਇੱਕ ਦਿਨ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕਰਦੇ ਨੇ, ਸਤਿਗੁਰੂ ਕਿਰਪਾ ਕਰੋ, ਸੰਸਾਰ ਦੀਆਂ ਝੋਲੀਆਂ ਭਰਦੇ ਹੋ ਅਤੇ ਮੇਰੇ 'ਤੇ ਵੀ ਕਿਰਪਾ ਕਰੋ, ਮੈਂ ਵੀ ਆਪਣੇ ਗ੍ਰਹਿ ਵਿਖੇ ਬੱਚੇ ਨੂੰ ਖਿਡਾਵਾਂ, ਸੁਪੁੱਤਰ ਦੀ ਦਾਤ ਬਖਸ਼ੋ। ਤਾਂ ਗੁਰੂ ਅਰਜਨ ਦੇਵ ਜੀ ਨੇ ਆਖਿਆ ਇਸ ਵੇਲੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਹੀ ਹਨ ਜੋ ਕਿ ਪੁੱਤਰਾਂ ਦੀਆਂ ਦਾਤਾਂ ਦਿੰਦੇ ਨੇ, ਤੁਸੀਂ ਵੀ ਉਹਨਾਂ ਕੋਲ ਜਾਓ। ਤਾਂ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਪਾਸ ਗਏ ਨੇ। ਬਾਬਾ ਬੁੱਢਾ ਜੀ ਆਪਣੇ ਸੇਵਕਾਂ ਦੇ ਨਾਲ ਕੰਮ ਵਿੱਚ ਰੁੱਝੇ ਹੋਏ ਨੇ। ਦੂਰੋਂ ਧੂੜਾਂ ਉੱਡਦੀਆਂ ਵੇਖੀਆਂ, ਆਖਿਆ ਬਈ ਧੂੜਾਂ ਕਿਉਂ ਉੱਡ ਰਹੀਆਂ ਨੇ। ਤਾਂ ਇੱਕ ਸੇਵਕ ਨੇ ਆਖਿਆ ਸਤਿਗੁਰੂ ਜੀ ਗੁਰੂ ਕੇ ਮਹਿਲ ਆਏ ਨੇ, ਬਾਬਾ ਜੀ ਗੁਰੂ ਕੇ ਮਹਿਲ ਆਏ ਨੇ। ਤਾਂ ਬਾਬਾ ਬੁੱਢਾ ਜੀ ਕਹਿਣ ਲੱਗੇ ਵੀ ਗੁਰੂ ਕੇ ਮਹਿਲਾਂ ਨੂੰ ਕੀ ਭਜਣਾ ਪੈ ਗਈਆਂ, ਇੰਨੀਆਂ ਧੂੜਾਂ ਉਡਾਉਂਦੇ ਆ ਰਹੇ ਨੇ। ਤਾਂ ਕਿਹਾ ਜਾਂਦਾ ਹੈ ਇਤਿਹਾਸ ਵਿੱਚ ਉਸ ਵੇਲੇ ਇੱਕ ਹੋਰ ਸੇਵਕ ਕੋਲ ਬੈਠਾ ਸੀ, ਉਹ ਆਖਣ ਲੱਗਾ ਬਾਬਾ ਜੀ ਸੋਚ ਕੇ ਬੋਲਿਆ ਕਰੋ, ਜੋ ਮੂੰਹ ਚਾਵੇ ਬੋਲ ਲੈਂਦੇ ਹੋ, ਸੋਚ ਕੇ ਬੋਲਿਆ ਕਰੋ, ਗੁਰੂ ਕੇ ਭਜਣਾ ਪਾਈ ਜਾ ਰਹੇ ਹੋ। ਤਾਂ ਬਾਬਾ ਬੁੱਢਾ ਜੀ ਕਹਿਣ ਲੱਗੇ ਬਈ ਕੀ ਹੋਇਆ ਸੀ, ਕੀ ਕਹਤੇ। ਤਾਂ ਆਖਣ ਲੱਗੇ ਤੁਸੀਂ ਅਜੇ ਵੀ ਨਹੀਂ ਜਾਣਦੇ ਕੀ ਹੋਇਆ ਹੈ, ਤੁਸੀਂ ਗੁਰੂ ਕਿਉਂ ਨੂੰ ਭਜਣਾ ਪਾਈ ਜਾ ਰਹੇ। ਤਾਂ ਬਾਬਾ ਬੁੱਢਾ ਜੀ ਹੱਸ ਕੇ ਕਹਿਣ ਲੱਗੇ ਸੇਵਕ ਨੂੰ, ਉਹ ਭਾਈ ਅਸੀਂ ਜਾਣੀਏ ਅਤੇ ਗੁਰੂ ਜਾਣੇ, ਤੂੰ ਵਿੱਚ ਸੂਰ ਵਾਂਗ ਕੀ ਘੁਰ ਕਰਦਾ ਹੈ। ਜਦ ਉਹ ਸੇਵਕ ਨੇ ਸੁਣਿਆ ਕਿ ਬਾਬਾ ਬੁੱਢਾ ਜੀ ਦੇ ਮੁਖ ਤੋਂ ਨਿਕਲਿਆ ਸੂਰ ਵਾਂਗ ਘੁਰ ਕਰਦਾ ਹੈ ਤਾਂ ਡਰ ਗਿਆ ਕਿ ਬਾਬਾ ਬੁੱਢਾ ਜੀ ਤਾਂ ਬ੍ਰਹਮ ਗਿਆਨੀ ਨੇ ਅਤੇ ਮੈਂ ਬਾਬਾ ਬੁੱਢਾ ਜੀ ਨਾਲ ਕਿਹੜੇ ਬਚਨ ਕਰ ਬੈਠਾ, ਅਤੇ ਬਾਬਾ ਬੁੱਢਾ ਦੇ ਮੁਖ ਤੋਂ ਨਿਕਲਿਆ ਸੂਰ ਵਾਂਗ ਘੁਰ ਕਰਦਾ, ਮੈਨੂੰ ਸੂਰ ਬਣਨਾ ਪੈਣਾ। ਚਰਨਾਂ 'ਤੇ ਢਹਿ ਪਿਆ, ਰੋਣ ਲੱਗ ਪਿਆ, ਤਰਲੇ ਪਾਉਣ ਲੱਗ ਪਿਆ ਬਾਬਾ ਬੁੱਢਾ ਜੀ ਦੇ। ਬਾਬਾ ਬੁੱਢਾ ਜੀ ਕਹਿੰਦੇ ਕੀ ਹੋਇਆ ਭਾਈ। ਆਖਣ ਲੱਗਾ ਮਹਾਰਾਜ ਬਾਬਾ ਜੀ ਮੈਨੂੰ ਬਖਸ਼ੋ ਮਹਾਰਾਜ। ਬਾਬਾ ਬੁੱਢਾ ਜੀ ਕਹਿਣ ਲੱਗੇ ਹੋਇਆ ਕੀ ਹੈ। ਆਖਣ ਲੱਗੇ ਬਾਬਾ ਜੀ ਤੁਹਾਡੇ ਮੁਖ ਤੋਂ ਨਿਕਲਿਆ ਹੈ ਸੂਰ ਵਾਂਗ ਘੁਰ ਕਰਦਾ ਹੈ ਅਤੇ ਮੈਨੂੰ ਸੂਰ ਬਣਨਾ ਪੈਣਾ, ਮੈਨੂੰ ਸੂਰ ਦੀ ਜੂਨ ਪ੍ਰਾਪਤ ਹੋਵੇਗੀ, ਕਿਰਪਾ ਕਰੋ ਮੈਨੂੰ ਬਖਸ਼ ਲਓ, ਮੈਂ ਤੁਹਾਡੇ ਨਾਲ ਬਹਿਸ ਪਿਆ। ਤਾਂ ਬਾਬਾ ਬੁੱਢਾ ਜੀ ਹੱਸ ਕੇ ਕਹਿਣ ਲੱਗੇ ਭਾਈ ਸਹਿਜ ਸੁਭਾਅ ਮੁਖ 'ਚੋਂ ਨਿਕਲ ਗਿਆ, ਸਹਿਜ ਸੁਭਾਅ ਮੁਖ 'ਚੋਂ ਸੂਰ ਵਾਂਗ ਨਿਕਲ ਗਿਆ ਅਤੇ ਤੈਨੂੰ ਸੂਰ ਬਣਨਾ ਪੈਣਾ, ਤੇਰੇ ਬਚਨ ਇਹ ਤਾਂ ਬਚਨ ਸੱਚ ਹੋ ਜਾਣੇ ਨੇ। ਅਤੇ ਹੁਣ ਤਰਲੇ ਪਾਉਂਦਾ ਕਿ ਮਹਾਰਾਜ ਬਾਬਾ ਜੀ ਕਿਰਪਾ ਕਰੋ, ਮੇਰਾ ਉਧਾਰ ਕਰੋ। ਤਾਂ ਬਾਬਾ ਬੁੱਢਾ ਜੀ ਨੇ ਆਖਿਆ ਚੰਗਾ
ਫਿਰ ਇਸ ਬੀਬੀ ਦੇ ਗ੍ਰਹਿ ਵਿਖੇ ਇੱਕ ਸੂਰਮਾ ਯੋਧਾ ਜਨਮ ਲਵੇਗਾ। ਸਮਾਂ ਪਾ ਕੇ ਫਿਰ ਉਹ ਤੇਰਾ ਉਧਾਰ ਕਰੇਗਾ। ਸੋ ਬਾਬਾ ਜੀ ਦੇ ਬਚਨਾਂ ਕਰਕੇ ਉਸ ਨੂੰ ਜਦ ਮੌਤ ਪ੍ਰਾਪਤ ਹੋਈ ਤੇ ਉਹ ਫਿਰ ਸੂਰ ਦੀ ਜੂਨੀ ਵਿੱਚ ਪਿਆ। ਸੂਰ ਦੀ ਜੂਨੀ ਵਿੱਚ ਪਿਆ ਤੇ ਇੱਥੇ ਪਿੰਡਾਂ ਵਿੱਚ ਆਲੇ ਦੁਆਲੇ ਘੁੰਮਦਾ ਹੈ। ਸਮੇਂ ਨਾਲ ਗੁਰੂ ਹਰਗੋਬਿੰਦ ਸਾਹਿਬ ਦਾ ਅਵਤਾਰ ਹੋਇਆ ਤੇ ਸਤਿਗੁਰੂ ਵੱਡੇ ਹੋਏ ਨੇ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਇੱਧਰ ਆਏ ਨੇ ਆਪਣੇ ਪਿਤਾ ਜੀ ਦੇ ਸਥਾਨਾਂ ਦੇ ਦਰਸ਼ਨ ਦਿਦਾਰੇ ਕਰਨ, ਸੰਗਤਾਂ ਨੂੰ ਮਿਲਣ। ਤਾਂ ਕੁਝ ਪਿੰਡ ਦੇ ਲੋਕਾਂ ਨੇ ਆਖਿਆ ਸਤਿਗੁਰੂ ਕੋ ਬੜਾ ਭਾਰੀ ਸੂਰ ਹੈ, ਸਾਨੂੰ ਬੜਾ ਤੰਗ ਕਰਦਾ, ਸਾਡੇ ਪਸ਼ੂਆਂ ਨੂੰ ਜ਼ਖਮੀ ਕਰ ਜਾਂਦਾ ਹੈ, ਸਾਡੇ ਪਰਿਵਾਰਾਂ ਨੂੰ ਡਰ ਪਿਆ ਹੋਇਆ ਹੈ, ਬਹੁਤ ਸਾਰਿਆਂ ਪਿੰਡਾਂ ਦੇ ਵਾਸੀਆਂ ਨੂੰ ਉਹਨੇ ਜ਼ਖਮੀ ਕੀਤਾ ਹੋਇਆ, ਸਾਡੀਆਂ ਫਸਲਾਂ ਉਜਾੜ ਦਿੰਦਾ ਹੈ, ਆਪ ਜੀ ਕਿਰਪਾ ਕਰੋ। ਤਾਂ ਸਤਿਗੁਰਾਂ ਨੇ ਫਿਰ ਉਸ ਸੂਰ ਨੂੰ ਲੱਭ ਕੇ ਉਸ ਦਾ ਸ਼ਿਕਾਰ ਕੀਤਾ ਤੇ ਉਸ ਦਾ ਫਿਰ ਉਧਾਰ ਕਰਨਾ ਕੀਤਾ। ਸਤਿਗੁਰੂ ਜੀ ਦੇ ਜਿੱਥੇ ਸੂਰ ਦਾ ਉਧਾਰ ਕੀਤਾ ਉਸ ਥਾਂ 'ਤੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਜੀ ਸਥਾਪਿਤ ਹੈ। ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਜੀ ਸਤਿਗੁਰਾਂ ਵਰ ਦਿੱਤਾ ਉਸ ਸਥਾਨ 'ਤੇ ਕਿ ਜਿਹੜਾ ਕੋਈ ਸਰਾਪਿਆ ਹੋਇਆ ਇੱਥੇ ਆ ਕੇ ਸ਼ਰਧਾ ਦੇ ਨਾਲ ਦਰਸ਼ਨ ਦੀਦਾਰੇ ਕਰੇਗਾ, ਉਹ ਸਰਾਪ ਮੁਕਤ ਹੋ ਜਾਵੇਗਾ। ਗੁਰੂ ਪਿਆਰੀ ਸੰਗਤ ਜੀ, ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ, ਗੁਰਦੁਆਰਾ ਸ੍ਰੀ ਵਡਾਲੀ ਗੁਰੂ ਕੀ ਅਤੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਉਪਰੰਤ ਇੱਕ ਗੁਰਦੁਆਰਾ ਬਾਬੇ ਸ਼ਹੀਦ ਸਿੰਘਾਂ ਜੀ ਹੈ। ਉਸ ਗੁਰਦੁਆਰਾ ਸਾਹਿਬ ਨਾਲ ਇਤਿਹਾਸ ਇਹ ਸੰਬੰਧਿਤ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜਦ ਗੁਰੂ ਕੀ ਵਡਾਲੀ ਨਿਵਾਸਾ ਕਰਦੇ ਸਨ ਤਾਂ ਥੋੜ੍ਹੀ ਕਿ ਦੂਰ ਭਾਵ ਲਾਗੇ ਹੀ ਹੈ ਸਥਾਨ ਵੀ, ਗੁਰੂ ਅਰਜਨ ਦੇਵ ਜੀ ਇੱਕ ਦਿਨ ਉੱਧਰ ਗਏ ਨੇ ਤਾਂ ਪਿੰਡ ਦੇ ਲੋਕਾਂ ਆਖਿਆ ਸਤਿਗੁਰੂ ਸਾਡੇ ਕੋਲ ਰਹਿਣਾ ਕਰੋ। ਸਤਿਗੁਰਾਂ ਉੱਥੇ ਨਿਵਾਸਾ ਕੀਤਾ ਕੁਝ ਦਿਨ ਤੇ ਇੱਕ ਦਿਨ ਸਤਿਗੁਰੂ ਜਾਣ ਲੱਗੇ ਤਾਂ ਪਿੰਡ ਦੇ ਲੋਕਾਂ ਆਖਿਆ ਸਤਿਗੁਰੂ ਜੀ ਅਸੀਂ ਤਾਂ ਇੱਟਾਂ ਦੇ ਆਵੇ ਲਾਏ ਨੇ, ਸਾਡੀ ਰਾਖੀ ਕੌਣ ਕਰੇਗਾ, ਤੁਸੀਂ ਚੱਲਿਓ, ਤੁਹਾਡੇ ਹੁੰਦੇ ਸਾਨੂੰ ਕੋਈ ਡਰ ਨਹੀਂ ਸੀ। ਤਾਂ ਸਤਿਗੁਰਾਂ ਨੇ ਇੱਕ ਬੇਰੀ ਦਾ ਗੱਡਾ ਲੈ ਕੇ ਗੱਡ ਦਿੱਤਾ ਅਤੇ ਆਖਿਆ ਅੱਜ ਤੋਂ ਅਗੰਮੀ ਸ਼ਹੀਦਾਂ ਦਾ ਪਹਿਰਾ ਇੱਥੇ ਲਗਾ ਦਿੱਤਾ ਗਿਆ ਹੈ। ਤੁਹਾਡੇ ਆਵਿਆਂ ਨੂੰ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ, ਕੋਈ ਤੁਹਾਨੂੰ ਤੰਗ ਨਹੀਂ ਕਰੇਗਾ, ਕਿਸੇ ਤਰ੍ਹਾਂ ਤੁਹਾਨੂੰ ਕੋਈ ਖਤਰਾ ਨਹੀਂ। ਸੋ ਉਸ ਥਾਂ 'ਤੇ ਵੀ ਸਤਿਗੁਰਾਂ ਨੇ ਵਰ ਦਿੱਤਾ ਗੁਰੂ ਅਰਜਨ ਦੇਵ ਜੀ ਨੇ ਕਿ ਜਿਹੜਾ ਇੱਥੇ ਆਵੇਗਾ ਸ਼ਰਧਾ ਦੇ ਨਾਲ, ਕਿਸੇ ਦੇ ਬੱਚੇ ਨੂੰ ਅਗਰ ਕੋਈ ਬਿਮਾਰੀ ਲੱਗੀ ਹੈ ਤਾਂ ਸ਼ਰਧਾ ਦੇ ਨਾਲ ਆਵੇਗਾ, ਸੁੱਕੇ ਹਰੀਏ ਕੀ ਖਿਨਮਾਹੇ ਅੰਮ੍ਰਿਤ ਦ੍ਰਿਸ਼ਟਾਂਤ ਜੀਵਾਏ, ਉਹ ਬੱਚਾ ਤਾਂ ਸੁੱਕਾ ਬੱਚਾ ਵੀ ਹਰਿਆ ਭਰਿਆ ਹੋਵੇਗਾ। ਬੇਅੰਤ ਲੋਕ ਉਸ ਥਾਂ 'ਤੇ ਵੀ ਦਰਸ਼ਨਦਾਰੇ ਕਰਨ ਆਉਂਦੇ ਨੇ ਜਿਨ੍ਹਾਂ ਦੇ ਬੱਚੇ ਬੜੇ ਕਮਜ਼ੋਰ ਨੇ ਜਾਂ ਖਾਧਾ ਪੀਤਾ ਨਹੀਂ ਪਚਦਾ, ਉੱਥੇ ਆ ਕੇ ਇਸ਼ਨਾਨ ਪਾਣੀ ਕਰਾਉਂਦੇ ਨੇ ਅਤੇ ਮਹਾਰਾਜ ਗੁਰੂ ਅਰਜਨ ਦੇਵ ਜੀ ਦੀ ਕਿਰਪਾ ਦੇ ਨਾਲ ਉਹ ਮੁਕਤ ਹੁੰਦੇ ਨੇ ਅਤੇ ਉਹਨਾਂ ਦੇ ਬੱਚੇ ਤੰਦਰੁਸਤ ਹੁੰਦੇ ਨੇ। ਸਤਿਗੁਰੂ ਕਿਰਪਾ ਕਰਦੇ ਨੇ। ਗੁਰੂ ਪਿਆਰੀ ਸੰਗਤ ਜੀ ਬੇਅੰਤ ਤਰ੍ਹਾਂ ਦਾ ਸਤਿਗੁਰਾਂ ਦਾ ਇਤਿਹਾਸ ਹੈ ਜੋ ਕਿ ਵਰਣਨ ਕਰਨਾ ਬੜਾ ਕਠਿਨ ਹੈ। ਦਾਸਰੇ ਪਾਸੋਂ ਸੁਣਾਉਂਦੇ ਹਾਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਕਿਉਂਕਿ ਦਾਸਰਾ ਕੋਈ ਮਹਾਨ ਆਦਮੀ ਨਹੀਂ ਜਾਂ ਕੋਈ ਕਥਾਵਾਚਕ ਨਹੀਂ ਹੈ, ਕਹਿਣਾ ਨਹੀਂ ਆਉਂਦਾ। ਸੋ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫੀ ਬਖਸ਼ਣਾ ਬਖਸ਼ ਲਿਓ। ਸਾਰੀ ਫਤਿਹ ਗੁਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਛੇਹਰਟਾ ਸਾਹਿਬ ਦੇ ਜਿਹੜਾ ਖੂਹ ਹੈਗਾ ਉਹਦੇ ਦਰਸ਼ਨ ਕਰੋ ਤੇ ਨਾਲੇ ਤੁਹਾਨੂੰ ਸਿੰਘ ਸਾਹਿਬ ਦੱਸਦੇ ਨੇ ਜੀ ਜੋ ਹਿਸਟਰੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਕਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਨਮ ਲਿੱਤਾ ਅਤੇ ਇੱਥੇ ਪਿੰਡ ਵਡਾਲੀ ਸੀ। ਵਡਾਲੀ ਦੇ ਸੰਗਤਾਂ ਨੇ ਆਖਿਆ ਕਿ ਸਾਨੂੰ ਕੁਛ ਤੋਹਫਾ ਦਿਓ, ਮਤਲਬ ਸਾਨੂੰ ਕੁਛ ਚੀਜ਼ ਦਿਓ, ਤੁਹਾਡੇ ਘਰ ਪੁੱਤਰ ਦਾ ਜਨਮ ਹੋਇਆ, ਸਾਨੂੰ ਵੀ ਕੁਛ ਦਿਓ। ਅਤੇ ਗੁਰੂ ਸਾਹਿਬ ਨੇ ਇੱਥੇ ਖੂਹ ਪਟਵਾਇਆ। ਇਹ ਖੂਹ ਪਟਵਾਇਆ ਅਤੇ ਇੱਥੇ 6 ਹੱਟਾਂ ਲਾਈਆਂ ਪਾਣੀ ਨਿਕਲਣ ਲਈ ਅਤੇ ਉਹ 6 ਹੱਟਾਂ ਕਰਕੇ ਇਸ ਗੁਰਦੁਆਰੇ ਦਾ ਨਾਂ ਛੇਹਰਟਾ ਸਾਹਿਬ ਹੋ ਗਿਆ। ਅਤੇ ਗੁਰੂ ਸਾਹਿਬ ਨੇ ਇਹੀ ਸੁਗਾਤ ਇੱਥੋਂ ਦੀ ਸੰਗਤ ਨੂੰ ਦਿੱਤੀ ਸੀ ਅਤੇ ਜਿਸ ਕਰਕੇ ਸਥਾਨ ਦਾ ਨਾਂ ਛੇਹਰਟਾ ਸਾਹਿਬ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ ਫਤਿਹ।